ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਵਿਊਵਰਸ, ਅੱਜ ਦੀ ਜਿਹੜੀ ਵੀਡੀਓ ਹੈ ਇੱਕ ਮਿੰਨੀ ਕੋਰਸ ਹੈ, ਮਤਲਬ ਕਿ ਇਸ ਨੂੰ ਮੈਂ 4 ਸਟੈਪਸ ਦੇ ਵਿੱਚ ਆਰਗੇਨਾਈਜ਼ ਕੀਤਾ ਹੈ। ਸਟੈਪ 1 ਉਹਨਾਂ ਦੇ ਲਈ ਹੈ ਜਿਨ੍ਹਾਂ ਨੇ ਸਪੈਨਿਸ਼ ਲੈਂਗੁਏਜ ਬੋਲਣੀ ਸਟਾਰਟ ਕੀਤੀ ਹੈ ਜਾਂ ਇੰਡੀਆ ਤੋਂ ਨਵੇਂ ਆਏ ਹਨ। ਸਟੈਪ ਨੰਬਰ 2 ਜਿਹੜਾ ਹੈ ਡੇਲੀ ਯੂਜ਼ ਹੋਣ ਵਾਲੇ ਸੈਂਟੈਂਸਿਸ ਹਨ, ਜਾਂ ਤਾਂ ਤੁਸੀਂ ਸੁਣੇ ਹੋਣਗੇ, ਠੀਕ ਹੈ, ਜਾਂ ਤੁਸੀਂ ਥੋੜੇ ਬਹੁਤੇ ਇਹਨਾਂ ਨੂੰ ਪਤਾ ਹੋਵੇਗਾ ਕਿ ਕਿਸ ਤਰੀਕੇ ਨਾਲ ਬੋਲਣਾ ਹੈ। ਸਟੈਪ ਨੰਬਰ 3 ਜਿਹੜਾ ਹੈ ਉਸ ਉਹਨਾਂ ਵਿਊਵਰਸ ਦੇ ਲਈ ਹੈ ਜਿਨ੍ਹਾਂ ਨੇ ਕੋਈ ਆਪਣੇ ਨੈਸ਼ਨੈਲਿਟੀ ਦਾ ਟੈਸਟ ਦੇਣਾ ਹੈ, ਕੋਈ ਆਪਣੇ ਪੇਪਰ ਲੈਣੇ ਆ ਸਪੇਨ ਦੇ, ਠੀਕ ਹੈ। ਔਰ ਸਟੈਪ ਨੰਬਰ 4 ਦੇ ਵਿੱਚ ਜਿਹੜਾ ਹੈ ਮੈਂ ਤੁਹਾਨੂੰ ਰੈਸਟੋਰੈਂਟ ਦੇ ਵਿੱਚ ਜਾ ਕੇ ਕਿਸ ਤਰੀਕੇ ਨਾਲ ਖਾਣਾ ਆਰਡਰ ਕਰਨਾ ਹੈ ਜਾਂ ਵੇਟਰ ਸਾਨੂੰ ਕਿਹੜੇ ਕੁਐਸਚਨ ਪੁੱਛ ਸਕਦਾ, ਮੈਂ ਇਸ ਬਾਰੇ ਦੱਸਾਂਗੀ, ਠੀਕ ਹੈ। ਔਰ ਲਾਸਟ ਦੇ ਵਿੱਚ ਇੱਕ ਕਮੈਂਟ ਆਇਆ ਕਿ ਸਾਨੂੰ ਆਇਆਂ ਨੂੰ 10 ਸਾਲ ਹੋ ਗਏ ਨੇ ਸਪੇਨ ਦੇ ਵਿੱਚ, ਪਰ ਅਜੇ ਤੱਕ ਅਸੀਂ ਲੈਂਗੁਏਜ ਨਹੀਂ ਬੋਲ ਪਾ ਰਹੇ, ਠੀਕ ਹੈ। ਤਾਂ ਮੈਂ ਆਪਣੇ ਤਰੀਕੇ ਨਾਲ ਜਿਹੜਾ ਹੈ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੀ, ਕਿਉਂਕਿ ਬਹੁਤ ਜ਼ਿਆਦਾ ਟਾਈਮ ਹੋ ਗਿਆ ਔਰ ਅਜੇ ਤੱਕ ਸਪੈਨਿਸ਼ ਲੈਂਗੁਏਜ ਨਹੀਂ ਬੋਲ ਸਕਦੇ। ਇਟਸ ਅ ਸਟ੍ਰੇਂਜ, ਠੀਕ ਹੈ। ਪਹਿਲੀ ਗੱਲ ਤਾਂ ਇਹ ਕਿ ਲੈਂਗੁਏਜ ਨੂੰ ਲੈਂਗੁਏਜ ਦੀ ਤਰ੍ਹਾਂ ਲੈਣਾ, ਜਿੰਨ ਭੂਤ ਨਹੀਂ ਹੈ ਕਿ ਜਿਸ ਤੋਂ ਤੁਸੀਂ ਡਰਨਾ ਆ। ਜਿੱਦਾਂ ਦੀ ਵੀ ਆਉਂਦੀ ਹੈ ਤੁਸੀਂ ਬੋਲਿਆ ਕਰੋ। ਸਟਾਰਟ ਕਰਦੇ ਹਾਂ ਜੀ ਅੱਜ ਦੀ ਵੀਡੀਓ ਸਟੈਪ ਨੰਬਰ 1 ਤੋਂ। ਸਭ ਤੋਂ ਪਹਿਲਾਂ ਆਪਾਂ ਛੋਟੇ-ਛੋਟੇ ਵਰਡਸ ਦੇ ਮੀਨਿੰਗ ਕਰਾਂਗੇ ਜੋ ਸਾਨੂੰ ਆਉਣੇ ਚਾਹੀਦੇ ਹਨ। ਸਭ ਤੋਂ ਪਹਿਲਾ ਵਰਡ ਹੈ ਕੀ। ਸਪੈਨਿਸ਼ ਵਿੱਚ ਕਿਸ ਤਰੀਕੇ ਨਾਲ ਇਸ ਨੂੰ ਬੋਲਣਾ ਹੈ? ਕੇ। ਇੰਗਲਿਸ਼ ਦਾ ਕਿਊ ਹੈ, ਲੇਕਿਨ ਸਪੈਨਿਸ਼ ਵਿੱਚ ਕੀ ਹੈ? ਕੂ। ਕੂ, ਠੀਕ ਹੈ। ਅੱਗੇ ਹੈ ਊ, ਊ ਏ, ਠੀਕ ਹੈ। ਇਹ ਹੈ ਇਹਨਾਂ ਦੀ ਪ੍ਰੋਨਾਂਸੀਏਸ਼ਨ। ਮੈਂ ਇਹ ਮੰਨ ਕੇ ਚੱਲ ਰਹੀ ਹਾਂ ਕਿ ਤੁਹਾਡਾ ਸਪੈਨਿਸ਼ ਦਾ ਜਿਹੜਾ ਹੈ 0 ਲੈਵਲ ਹੈ ਸਟੈਪ 1 ਦੇ ਵਿੱਚ। ਕੂ, ਊ, ਏ, ਇਹਨਾਂ ਨੂੰ ਕਿਸ ਦੀ ਸਾਊਂਡ ਕਰਨੀ ਹੈ? ਕੇ ਦੀ। ਊ ਜਿਹੜਾ ਹੈ ਬਿਲਕੁਲ ਸਾਇਲੈਂਟ ਹੈ। ਕਦੇ ਵੀ ਜਿਹੜਾ ਊ ਹੈ ਜਦੋਂ ਕੂ ਤੇ ਏ ਦੇ ਵਿੱਚ ਆਵੇ ਇਹ ਬਿਲਕੁਲ ਸਾਇਲੈਂਟ ਹੁੰਦਾ ਹੈ। ਕਲੀਅਰ ਹੈ ਇਹਨਾਂ ਦੀ ਪ੍ਰੋਨਾਂਸੀਏਸ਼ਨ? ਕੂ, ਊ, ਏ, ਔਰ ਜਿਹੜਾ ਊ ਹੈ ਇਹ ਬਿਲਕੁਲ ਸਾਇਲੈਂਟ ਹੈ, ਇਸ ਲਈ ਕੀ ਵਰਡ ਬਣ ਗਏ? ਕੇ, ਠੀਕ ਹੈ ਜੀ। ਹੁਣ ਆਪਾਂ ਇਸ ਨੂੰ ਕੱਟ ਕਰ ਦਿੰਦੇ ਹਾਂ, ਪ੍ਰੋਨਾਂਸੀਏਸ਼ਨ ਜਿਹੜੀ ਇਸ ਤਰੀਕੇ ਨਾਲ ਯਾਦ ਕਰਨੀ। ਨੈਕਸਟ ਵਰਡ ਹੈ ਜੀ ਕੌਣ। ਕੌਣ ਨੂੰ ਕੀ ਕਹਿਣਾ ਹੈ? ਕੀਨ। ਇੱਥੇ ਵੀ ਊ ਜਿਹੜਾ ਹੈ ਸਾਇਲੈਂਟ ਹੈ। ਏ ਨੂੰ ਮੈਂ ਬਾਰ-ਬਾਰ ਇਸ ਲਈ ਕਹਿੰਦੀ ਹਾਂ ਕਿਉਂਕਿ ਇਸ ਨੂੰ ਇੰਗਲਿਸ਼ ਦੇ ਲੈਟਰ ਏ ਨਾਲ ਕਨਫਿਊਜ਼ ਨਹੀਂ ਕਰਨਾ। ਇਹ ਹੈ ਏ। ਕੀਨ ਹੁੰਦਾ ਕੌਣ। ਜੇਕਰ ਹੁਣ ਜ਼ਿਆਦਾ ਜਾਣੇ ਹੋਣ ਤਾਂ ਫਿਰ ਏ ਐਸੇ ਲੱਗਣਾ, ਕੀਨਿਸ ਪਲੂਰਲ, ਠੀਕ ਹੈ ਜੀ। ਨੈਕਸਟ ਵਰਡ ਹੈ ਕਿਵੇਂ। ਕੋਮੋ। ਇਹ ਜਿਹੜਾ ਵਿਊਵਰਸ ਲੇਤਰਾ ਸੇ ਹੈ, ਜਦੋਂ ਇਸ ਤੋਂ ਬਾਅਦ ਵਿੱਚ ਓ, ਊ ਤੇ ਆ ਆਵੇ ਫਿਰ ਇਹ ਕੇ ਦੀ ਸਾਊਂਡ ਕਰਦੇ ਹਨ, ਠੀਕ ਹੈ। ਇੰਗਲਿਸ਼ ਦੇ ਲੈਟਰ ਕੇ ਦੀ। ਜਦੋਂ ਇਹਨਾਂ ਤੋਂ ਬਾਅਦ ਵਿੱਚ ਈ ਤੇ ਏ ਆਵੇ ਫਿਰ ਇਹ ਐਸ ਦੀ ਸਾਊਂਡ ਕਰਦੇ ਹਨ। ਇੱਥੇ ਇਹ ਕੀ ਹੈ? ਕੋਮੋ, ਮਤਲਬ ਕਿਵੇਂ। ਹਾਂਜੀ ਵਿਊਵਰਸ, ਇੱਕ ਮੈਂ ਇੰਪੋਰਟੈਂਟ ਗੱਲ ਦੱਸਣਾ ਭੁੱਲ ਗਈ ਕਿ ਫੋਰ ਐਗਜ਼ਾਮਪਲ ਕੀ ਹੈ, ਇਸ ਦਾ ਮਤਲਬ ਨਾ ਕੇ ਦਾ ਮਤਲਬ ਕੀ, ਬਟ ਕਦੀ ਵੀ ਨਾਮ ਦੱਸਣ ਲੱਗਿਆ ਆਪਾਂ ਇਹ ਨਹੀਂ ਕਹਿ ਦੇਣਾ ਕਿ ਇਸ ਤੋਂ ਨੋਮਬਰੇ। ਉੱਥੇ ਹੁੰਦਾ ਹੈ ਕੁਆਲ ਇਸ ਤੋਂ ਨੋਮਬਰੇ। ਇਹ ਇੱਕ ਡਿਫਰੈਂਟ ਟੌਪਿਕ ਹੈ ਕਿ ਜਿਹੜਾ ਕੁਆਲ ਹੈ ਉਸ ਦੇ ਨਾਲ ਆਪਾਂ ਜਿਹੜਾ ਹੈ ਵਟ ਦੇ ਨਾਲ ਉਹ ਮੇਲ ਖਾਂਦਾ ਹੈ। ਇਹ ਮੈਂ ਅਲੱਗ ਤੋਂ ਵੀਡੀਓ ਬਣਾ ਕੇ ਦੱਸਾਂਗੀ, ਬਟ ਕਦੀ ਵੀ ਇਹ ਗਲਤੀ ਨਹੀਂ ਕਰਨੀ ਕਿ ਸ਼ਾਇਦ ਕੇ ਇਸ ਤੋਂ ਨੋਮਬਰੇ ਹੁੰਦਾ ਹੈ, ਕੁਆਲ ਇਸ ਤੋਂ ਨੋਮਬਰੇ ਹੁੰਦਾ ਹੈ। ਨੈਕਸਟ ਆਪਣਾ ਵਰਡ ਹੈ ਜੀ ਕਦੋਂ। ਕਦੋਂ ਨੂੰ ਕੀ ਕਹਿੰਦੇ ਹਨ? ਕੁਆਂਦੋ। ਕੁਆਂਦੋ। ਹੁਣ ਇੱਥੇ ਦੇਖੋ, ਇੱਥੇ ਜਿਹੜਾ ਊ ਹੈ ਇਹ ਸਾਇਲੈਂਟ ਨਹੀਂ ਹੈ, ਕਿਉਂਕਿ ਮੈਂ ਦੱਸਿਆ ਸੀਗਾ ਕਿ ਜਦੋਂ ਕੂ ਤੇ ਏ ਚ ਆਵੇ ਜਾਂ ਕੂ ਤੇ ਈ ਚ ਆਵੇ ਇਹ ਉਦੋਂ ਸਾਇਲੈਂਟ ਹੈ, ਬਟ ਇੱਥੇ ਸਾਇਲੈਂਟ ਨਹੀਂ ਹੈ, ਠੀਕ ਹੈ ਜੀ। ਕੁਆਂਦੋ, ਕਦੋਂ। ਇਸ ਤੋਂ ਪਹਿਲਾਂ ਇੱਕ ਵੀਡੀਓ ਦੇ ਵਿੱਚ ਮੈਂ ਟਿਪ ਦਿੱਤੀ ਸੀਗੀ ਕਿ ਕੁਆਂਦੋ ਕੀ ਹੁੰਦਾ ਹੈ? ਕਦੋਂ। ਕਦੋਂ ਕੀ ਹੁੰਦਾ ਹੈ? ਕੁਆਂਦੋ। ਇਸ ਤਰੀਕੇ ਨਾਲ ਤੁਸੀਂ ਯਾਦ ਕਰਨਾ ਹੈ, ਕਦੇ ਨਹੀਂ ਭੁੱਲੇਗਾ। ਹਾਂਜੀ, ਨੈਕਸਟ ਹੈ ਜੀ ਕਿੱਥੇ। ਸਭ ਤੋਂ ਜ਼ਿਆਦਾ ਬੋਲਿਆ ਜਾਣ ਵਾਲਾ ਵਰਡ ਕਿੱਥੇ। ਦੋਂਦੇ। ਹਾਂਜੀ, ਹੁਣ ਆਪਾਂ ਕਹਿੰਦੇ ਕਿ ਆਹ ਚੀਜ਼ ਕਿੱਥੇ ਹੈ ਨਾ, ਦੋਂਦੇ ਇਸ ਤਾਂ, ਬਟ ਜਦੋਂ ਆਪਾਂ ਕਹਿਣਾ ਹੈ ਕਿੱਧਰ ਨੂੰ, ਤੁਸੀਂ ਕਿੱਧਰ ਨੂੰ ਚੱਲੇ ਹੋ, ਆ ਦੋਂਦੇ ਵਾਸ ਜਾਂ ਵਾ, ਉਹ ਆਪਾਂ ਨੈਕਸਟ ਸਲਾਈਡ ਦੇ ਵਿੱਚ ਮੈਂ ਤੁਹਾਨੂੰ ਦੱਸਾਂਗੀ। ਆ ਦੋਂਦੇ ਕਿੱਧਰ ਨੂੰ, ਕਿੱਥੋਂ। ਮੈਂ ਇੱਕੋ ਜਗ੍ਹਾ ਲਿਖੇ ਸਾਰੇ, ਕਿੱਥੇ, ਕਿੱਧਰ ਨੂੰ, ਕਿੱਥੋਂ। ਵੇਅਰ ਟੂ ਵੇਅਰ, ਫਰੋਮ ਵੇਅਰ। ਦੋਂਦੇ, ਆ ਦੋਂਦੇ, ਦੇ ਦੋਂਦੇ। ਇਜ਼ ਇਟ ਕਲੀਅਰ? ਕਿੱਥੇ, ਕਿੱਧਰ ਨੂੰ, ਕਿੱਥੋਂ, ਠੀਕ ਹੈ ਜੀ। ਨੈਕਸਟ ਆਪਾਂ ਚੱਲਦੇ ਹਾਂ ਕਿੰਨਾ।
ਤੁਸੀਂ ਕੋਈ ਚੀਜ਼ ਖਰੀਦਣੀ ਹੈ ਉਸ ਦੋ ਤਰੀਕੇ ਨਾਲ ਆਪਾਂ, ਇੱਕ ਤਾਂ ਹੁੰਦਾ ਹੈ ਜੇਕਰ ਤਾਂ ਉਹ ਚੀਜ਼ ਕਾਊਂਟੇਬਲ ਹੈ, ਫੋਰ ਐਗਜ਼ਾਮਪਲ ਪੈਨ, ਪੈਨਸਲਾਂ, ਪੇਪਰ, ਵਿਦਿਆਰਥੀ, ਆਪਾਂ ਸਾਰੇ ਜਿੱਦਾਂ ਕਾਊਂਟੇਬਲ ਆ। ਬਟ ਜਿੱਦਾਂ ਫੋਰ ਐਗਜ਼ਾਮਪਲ ਮਿਲਕ ਆ, ਰਾਈਸ ਆ, ਇਹ ਚੀਜ਼ਾਂ ਕਾਊਂਟੇਬਲ ਨਹੀਂ ਹੁੰਦੀਆਂ। ਇਹ ਜਦੋਂ ਕਾਊਂਟੇਬਲ ਨਾ ਹੋਣ ਫਿਰ ਆਪਾਂ ਕਹਿਣਾ ਹੈ ਕੁਆਂਤੋ। ਇਹ ਤੋਂ ਬਾਅਦ ਜਿਹੜਾ ਹੈ ਮਸਕੂਲਿਨ ਨਾਉਨ ਆਣਾ ਹੈ, ਠੀਕ ਹੈ। ਔਰ ਜਦੋਂ ਪਲੂਰਲ ਹੋਣ ਉਹੀ ਚੀਜ਼ਾਂ ਫਿਰ ਕੁਆਂਤੋਸ। ਜੇਕਰ ਤਾਂ ਉਹ ਫੈਮਿਨਿਨ ਹੋਣ ਫਿਰ ਕੁਆਂਤਾ, ਕੁਆਂਤਾਸ। ਇਹ ਹੈ ਜਿਹੜਾ ਹੈ ਉਹ ਹਾਊ ਮੈਨੀ ਹੈ, ਔਰ ਇਹ ਜਿਹੜਾ ਹੈ ਉਹ ਹਾਊ ਮਚ ਹੈ। ਕੁਆਂਤੋ ਮਤਲਬ ਹਾਊ ਮਚ ਔਰ ਕੁਆਂਤਾ ਮਤਲਬ ਹਾਊ ਮੈਨੀ, ਠੀਕ ਹੈ ਵੀਵਰਸ। ਹਾਂਜੀ ਵੀਵਰਸ, ਨੈਕਸਟ ਵਰਡ ਹੈ ਕਿਉਂ। ਕਿਉਂ ਨੂੰ ਕੀ ਕਹਿੰਦੇ ਹਨ? ਪੋਰਕੇ। ਪੋਰਕੇ ਕੀ ਹੁੰਦਾ ਹੈ? ਕਿਉਂ। ਕਿਉਂ ਕੀ ਹੁੰਦਾ ਹੈ? ਪੋਰਕੇ। ਇੱਥੇ ਮੈਂ ਨਹੀਂ ਲਿਖਿਆ ਇੱਕ ਵਰਡ ਪਾਰਾ ਕੇ, ਕਿਸ ਲਈ, ਪਾਰਾ ਕੇ, ਠੀਕ ਹੈ। ਮੈਂ ਇਸ ਲਈ ਸਟਾਰ ਬਣਾਇਆ ਸੀ ਕਿ ਮੈਨੂੰ ਯਾਦ ਰਵੇ। ਪਾਰਾ ਕੇ ਵੀ ਤੁਸੀਂ ਯਾਦ ਰੱਖਣਾ ਹੈ ਕਿ ਕਿਸ ਲਈ, ਪੋਰਕੇ ਹੋ ਗਿਆ ਕਿਉਂ, ਪਾਰਾ ਕੇ ਹੋ ਗਿਆ ਕਿਸ ਲਈ। ਨੈਕਸਟ ਆਪਾਂ ਚੱਲਦੇ ਹਾਂ ਜੀ ਵਿੱਚ। ਵਿੱਚ ਦਾ ਮਤਲਬ ਹੈ ਕਿਹੜਾ। ਬਟ ਜਿਹੜਾ ਇਹ ਕਵਾਲ ਹੈ ਨਾ ਵੀਵਰਸ, ਇਹ ਆਪਣੀ ਜਦੋਂ ਤੁਸੀਂ ਪਰਸਨਲ ਇਨਫੋਰਮੇਸ਼ਨ ਕਿਸੇ ਕੋਲੋਂ ਪੁੱਛਣੀ ਹੋਵੇ ਉੱਥੇ ਵੀ ਯੂਜ਼ ਹੁੰਦਾ ਹੈ। ਕਵਾਲ ਇਸ ਤੋਂ ਨੋਮਬਰੇ, ਠੀਕ ਹੈ। ਕਵਾਲ ਹੁੰਦਾ ਸਿੰਗੂਲਰ ਦੇ ਲਈ, ਔਰ ਜੇਕਰ ਆਪਾਂ ਪਲੂਰਲ ਹੋਣ ਤਾਂ ਇਹਨਾਂ ਦੇ ਪਿੱਛੇ ਏ ਐਸੇ ਆ ਜਾਣਾ। ਮੈਂ ਡਬਲ ਸਟਾਰ ਬਣਾਇਆ ਕਿਉਂਕਿ ਮੈਂ ਇਸ ਦੇ ਉੱਪਰ ਜਿਹੜੀ ਹੈ ਬਹੁਤ ਜਲਦੀ ਵੀਡੀਓ ਲੈ ਕੇ ਆਵਾਂਗੀ। ਨੈਕਸਟ ਮੇਰਾ ਵਰਡ ਹੈ ਜੀ ਹੂਜ਼, ਮਤਲਬ ਕਿਸ ਦਾ। ਕੋਈ ਬੁੱਕ ਹੈ, ਕੋਈ ਕਿਤਾਬ ਹੈ, ਕਿਸ ਦੀ ਹੈ, ਠੀਕ ਹੈ। ਉੱਥੇ ਹੁੰਦਾ ਹੈ ਦੇ ਕੀਏਨ, ਠੀਕ ਹੈ। ਦੇ ਕੀਏਨ ਮਤਲਬ ਕਿਸ ਦਾ। ਇੱਥੇ ਇੱਧਰ ਮੇਲ ਖਾਂਦਾ, ਦੇਖੋ ਜਦੋਂ ਆਪਾਂ ਇੱਥੇ ਵੀ ਪੜ੍ਹਿਆ ਸੀ ਕਿੱਥੋਂ, ਉੱਥੇ ਵੀ ਦੇ ਆ ਰਿਹਾ ਸੀ ਨਾ, ਔਰ ਇੱਥੇ ਮਤਲਬ ਕਿਸ ਦਾ, ਦੇ ਕੀਏਨ, ਕਿਸ ਦਾ, ਕਿਸ ਨੂੰ। ਫੋਰ ਐਗਜ਼ਾਮਪਲ ਤੁਸੀਂ ਕੋਈ ਚੀਜ਼ ਹੈ, ਤੁਸੀਂ ਕਿਸੇ ਨੂੰ ਪੁੱਛਣਾ ਹੋਵੇ ਤੁਸੀਂ ਕਿਸ ਨੂੰ ਜਾਣਦੇ ਹੋ, ਆ ਕੇ ਕਨੋਸਿਸ, ਇਸ ਲਈ ਸਾਨੂੰ ਇਹ ਚੀਜ਼ਾਂ ਪਤਾ ਹੋਣੀਆਂ ਚਾਹੀਦੀਆਂ ਹਨ। ਦੇ ਕੀਏਨ, ਆ ਕੀਏਨ, ਕਿਸ ਦਾ, ਕਿਸ ਨੂੰ, ਠੀਕ ਹੈ ਜੀ। ਹੁਣ ਵੀਵਰਸ, ਇਹ ਜਿਹੜਾ ਸਟੈਪ ਨੰਬਰ 2 ਹੈ, ਇਸ ਦੇ ਵਿੱਚ ਮੈਂ ਤੁਹਾਨੂੰ ਸੈਂਟੈਂਸਿਸ ਦੱਸਾਂਗੀ, ਠੀਕ ਆ। ਬਟ ਹੁਣ ਥੋੜੀ ਜਿਹੀ ਧੀਰਜ ਰੱਖਣੀ ਹੈ, ਪੇਸ਼ੈਂਸ ਰੱਖਣੀ ਹੈ, ਕਿਉਂਕਿ ਇਸ ਵਿੱਚ ਇਹੋ ਜਿਹੇ ਵਰਬਸ ਹਨ, ਮੋਸਟ ਟ੍ਰਿਕੀ ਵਰਬ, ਸੇਰ ਤੇ ਅਸਤਾਰ, ਜਿਹੜੀਆਂ ਤੁਹਾਨੂੰ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਸਿਰ ਦੇ ਉੱਪਰੋਂ ਲੰਘਣਗੀਆਂ। ਸੋ ਆਈ ਰਿਕਵੈਸਟ ਕਿ ਜੇਕਰ ਇੱਕ ਵਾਰੀ ਸਮਝ ਨਹੀਂ ਆਉਂਦੀ, ਵੀਡੀਓ ਸਕਿਪ ਕਰਨ ਦੀ ਬਜਾਏ ਤੁਸੀਂ ਦੁਬਾਰਾ ਸੁਣੋ, ਕਿਉਂਕਿ ਜੇਕਰ ਤੁਸੀਂ ਕੋਈ ਆਪਣਾ ਐਗਜ਼ਾਮ ਦੇਣਾ ਹੈ ਤਾਂ ਉੱਥੇ ਜਦੋਂ ਤੁਸੀਂ ਲਿਖਣਾ ਹੈ ਨਾ ਆਪਣੇ ਬਾਰੇ ਜਾਂ ਦੂਸਰੇ ਬਾਰੇ ਕੋਲੋਂ ਕੁਐਸਚਨ ਪੁੱਛਣੇ ਹਨ ਤਾਂ ਇਹੀ ਵਰਬਸ ਉੱਥੇ ਜਿਹੜੀਆਂ ਯੂਜ਼ ਹੋਣਗੀਆਂ, ਠੀਕ ਹੈ। ਸਭ ਤੋਂ ਪਹਿਲਾਂ ਆਪਣਾ ਵਰਡ ਹੈ what is this। ਹੁਣ ਮੈਂ what ਵੱਲ ਨਹੀਂ ਜਾਵਾਂਗੀ। is ਜਿਹੜਾ ਹੈ ਨਾ ਉਹ ਪੰਜਾਬੀ ਵਿੱਚ ਹੈ ਤੇ ਸਪੈਨਿਸ਼ ਵਿੱਚ ਏਸ ਹੈ, ਠੀਕ ਹੈ। ਏਸ, is ਨਹੀਂ ਕਹਿਣਾ ਇੱਥੇ। ਇੱਥੇ ਜਿਹੜਾ ਯੂਜ਼ ਸਾਇਲੈਂਟ ਹੈ ਮੈਂ ਅੱਗੇ ਦੱਸ ਚੁੱਕੀ ਹਾਂ, ਉਸਨੂੰ ਮੈਂ ਰਿਪੀਟ ਨਹੀਂ ਕਰਦੀ। ਵੀਵਰਸ ਦੇਖੋ ਧਿਆਨ ਦੇ ਨਾਲ, ਇਹ ਜਿਹੜਾ ਏਸ ਹੈ ਨਾ ਇਹ ਪਰਮਾਨੈਂਟ ਹੈ, ਕਿਉਂਕਿ ਆਪਾਂ ਇਸ ਨੂੰ ਜਿਹੜਾ ਹੈ ਇਸ ਦਾ ਵੀ ਕਹਿੰਦੇ ਹਾਂ। ਜੇਕਰ ਤਾਂ ਤੁਹਾਨੂੰ ਪਤਾ ਹੈ ਫਿਰ ਤੁਸੀਂ ਇਹ ਸਟੈਪ ਸਕਿਪ ਕਰਕੇ ਸਟੈਪ ਨੰਬਰ 4 ਤੇ ਜਾਣਾ ਹੈ, ਨਹੀਂ ਤੇ ਸਕਿਪ ਨਹੀਂ ਕਰਨਾ ਜੇ ਨਹੀਂ ਪਤਾ ਤੇ। ਇਸ ਦਾ ਵੀ ਹੁੰਦਾ ਹੈ, ਬਟ ਉਹ ਉਸ ਲਈ ਹੁੰਦਾ ਜਿਹੜੀਆਂ ਕੰਡੀਸ਼ਨਸ ਬਦਲ ਜਾਂਦੀਆਂ। ਹੁਣ ਕਿ ਇਸ ਦਾ ਕਹਿ ਰਹੇ ਹਾਂ ਮਤਲਬ ਕਿ ਚੀਜ਼ ਬਦਲ ਤਾਂ ਨਹੀਂ ਜਾਣੀ, ਕਿ ਇਸ ਤੋਂ ਇਹ ਕੀ ਹੈ। ਨੈਕਸਟ ਜਿਹੜਾ ਸੈਂਟੈਂਸ ਹੈ who are you। ਅੱਛਾ, ਹੁਣ ਮੈਂ ਲਿਖਿਆ ਤੂੰ ਤੇ ਤੁਸੀਂ। ਹੁਣ ਆਪਾਂ ਇਹ ਸਾਡੀ ਜਿਹੜੀ ਸਪੈਨਿਸ਼ ਹੈ ਨਾ ਸਾਡੀ ਪੰਜਾਬੀ ਨਾਲ ਮੇਲ ਖਾਂਦੀ ਹੈ। ਇੰਗਲਿਸ਼ ਜਿਹੜਾ ਹੈ ਉੱਥੇ ਸਿਰਫ ਇਹਨਾਂ ਕੋਲ ਇੱਕ ਵਰਡ ਹੈ ਯੂ। ਸਾਡੇ ਕੋਲ ਪੰਜਾਬੀ ਵਿੱਚ ਦੋ ਹਨ। ਫਾਰ ਐਗਜ਼ਾਮਪਲ ਤੂੰ ਕੌਣ ਹੈ, ਅੱਜ ਕੱਲ੍ਹ ਟਾਈਮ ਬਦਲ ਰਿਹਾ, ਰਿਸਪੈਕਟ ਹੀ ਦਿੰਦੇ ਆਪਾਂ ਛੋਟੇ ਬੱਚਿਆਂ ਨੂੰ ਵੀ, ਪਰ ਆਪਣੇ ਕੋਲ ਇਹ ਵਰਡ ਹੈ ਤੂੰ ਤੇ ਤੁਸੀਂ। ਜੇਕਰ ਤਾਂ ਵੀਵਰਸ ਤੂੰ ਹੋਵੇ ਸਾਡੀ, ਜਦੋਂ ਤੁਸੀਂ ਖੁਦ ਬੋਲੋ ਆਪਣੀ ਲੈਂਗੁਏਜ, ਇਸ ਨੂੰ ਸਪੈਨਿਸ਼ ਵਿੱਚ ਤੂੰ ਕਹਿਣਾ ਹੈ। ਜੇਕਰ ਰਿਸਪੈਕਟ ਦੇਣੀ ਹੈ ਤਾਂ ਤੁਸੀਂ ਉਸ ਦੇ ਉੱਤੇ ਆ ਜਾਣਾ ਹੈ। ਔਰ ਇੱਥੇ ਕੰਜੂਗੇਸ਼ਨਾਂ ਵੀ ਬਦਲ ਜਾਂਦੀਆਂ ਹਨ। ਜੇਕਰ ਤਾਂ ਤੁਸੀਂ ਰਿਸਪੈਕਟ ਦੇਣੀ ਹੈ ਤਾਂ ਫਿਰ ਕੰਜੂਗੇਸ਼ਨ ਜਿਹੜੀ ਹੈ ਥਰਡ ਪਰਸਨ ਵਾਲੀ ਲੱਗਣੀ ਹੈ, ਹੀ, ਸ਼ੀ ਇੰਗਲਿਸ਼ ਵਿੱਚ, ਔਰ ਸਪੈਨਿਸ਼ ਵਿੱਚ ਏਲ, ਏਆ ਵਾਲੀ। ਨਹੀਂ ਸਮਝ ਆਈ ਨਾ, ਦੁਬਾਰਾ ਸੁਣੋ। ਤੁਸੀਂ ਕੌਣ ਹੋ, ਇਹਦਾ ਤੇ ਹੋ ਗਿਆ ਕੌਣ ਹੁੰਦਾ ਕੀਏਨ। ਤੁਸੀਂ ਹੋ, ਤੂੰ ਕੀ ਹੈ ਤੂੰ। ਤੁਸੀਂ ਕੀ ਹੋ ਉਸਤੇਦ। ਹੋ ਕੀ ਹੈ, ਹੋ ਜਿਹੜਾ ਹੈ ਏਰੇਸ ਹੈ। ਇਹ ਵਿਊਅਰਸ ਹੈਲਪਿੰਗ ਵਰਬ ਹਨ। ਇਹ ਹੋ ਪੰਜਾਬੀ ਚ, ਇੰਗਲਿਸ਼ ਵਿੱਚ ਆਰ।
ਹੈਲਪਿੰਗ ਵਰਬ ਦੇਖੋ ਕੋਈ ਵੀ ਸੈਂਟੈਂਸ ਹੈ ਇੰਗਲਿਸ਼ ਵਿੱਚ ਜਿਹੜਾ ਆਰ ਤੋਂ ਬਿਨਾ ਬਣ ਰਿਹਾ, ਠੀਕ ਹੈ, ਕਿਉਂਕਿ ਕੁਐਸਚਨ ਵਰਡਸ ਔਰ ਕੁਐਸਚਨ ਆਪਾਂ ਦੂਸਰੇ ਤੋਂ ਹੀ ਪੁੱਟ ਕਰਦੇ ਹਾਂ। ਔਰ ਪੰਜਾਬੀ ਵਿੱਚ ਵੀ ਦੇਖੋ ਕਿ ਇਸ ਤੋਂ ਬਿਨਾ ਕੋਈ ਵੀ ਵਰਡ ਸੈਂਟੈਂਸ ਕੰਪਲੀਟ ਹੋ ਰਿਹਾ ਹੋ ਤੋਂ ਬਿਨਾ ਨਹੀਂ। ਤੂੰ ਕੌਣ ਆ ਵੀ ਕਹਿ ਸਕਦੇ, ਇਸ ਕਰਕੇ ਮੈਂ ਦੋਨੋਂ ਚੀਜ਼ਾਂ ਹੀ ਲਿਖੀਆਂ ਕਿ ਤੁਹਾਨੂੰ ਪਤਾ ਲੱਗੇ ਕਿ ਕਿਸ ਤਰੀਕੇ ਨਾਲ ਜਿਹੜੀ ਹੈ ਲੈਂਗੁਏਜ ਸਮਝੀ ਜਾਂਦੀ ਹੈ। ਤੂੰ ਕੌਣ ਆ ਇਸ ਤਰੀਕੇ ਨਾਲ ਵੀ ਤੁਸੀਂ ਬੋਲਦੇ, ਬਟ ਜੇਕਰ ਤੁਸੀਂ ਪੰਜਾਬੀ ਕਹਿਣਾ ਵੇ ਤੁਸੀਂ, ਫਿਰ ਤੁਸੀਂ ਕਹਿੰਦੇ ਤੁਸੀਂ ਕੌਣ ਹੋ। ਕੇਨ ਏਰੇਸ ਤੂੰ, ਤੁਸੀਂ ਕੌਣ ਹੋ। ਕੇਨ ਏਰੇਸ ਕੇਨ ਏਸ ਉਸਤੇਦ, ਠੀਕ ਹੈ ਜੀ। ਨੈਕਸਟ ਸੈਂਟੈਂਸ ਦੇਖੋ, ਤੁਸੀਂ ਕਿਵੇਂ ਹੋ। ਵਿਊਅਰਸ ਜਿਹੜਾ ਹੁਣ ਪੁੱਛ ਰਿਹਾ ਨਾ, ਮੈਂ ਹਾਲ ਚਾਲ ਪੁੱਛ ਰਹੀ ਹਾਂ, ਸਪੈਨਿਸ਼ ਵਿੱਚ ਇਹੀ ਸਭ ਤੋਂ ਜ਼ਿਆਦਾ ਪ੍ਰੋਬਲਮ ਆਉਂਦੀ ਕਿ ਇੱਥੇ ਸਾਡੇ ਕੋਲ ਦੋ ਵਰਬ ਸਨ। ਹੁਣ ਆਪਾਂ ਜਾਣਾ ਵਰਬ ਇਸਤਾਰ ਦੀਆਂ ਕੰਜੂਗੇਸ਼ਨਾਂ ਵੱਲ। ਹੁਣ ਹਾਲ ਚਾਲ ਕੋਈ ਅੱਜ ਠੀਕ ਆ, ਕੱਲ ਨੂੰ ਬਿਮਾਰ ਹੋ ਸਕਦਾ, ਜਾਂ ਅਸੀਂ ਅੱਜ ਠੀਕ ਆ ਹਨਾ, ਮੇਬੀ ਅਸੀਂ ਕੱਲ ਠੀਕ ਨਾ ਹੋਈਏ, ਹੁਣ ਅਸੀਂ ਖੁਸ਼ ਹਾਂ। ਹੁਣ ਆਪਾਂ ਪੁੱਛ ਰਹੇ ਕਿ ਤੁਸੀਂ ਠੀਕ ਹੋ, ਤੁਸੀਂ ਕਿਵੇਂ ਹੋ ਨਾ। ਜੇਕਰ ਤਾਂ ਕਿਵੇਂ ਹੋ, ਫਿਰ ਵੀਵਰਸ ਤੁਸੀਂ ਇੱਧਰ ਜਾਣਾ, ਇਸ ਤਾਂ ਹਮੇਸ਼ਾ ਇੱਧਰ ਵਾਲੀ ਸਾਈਡ ਫੋਲੋ ਕਰਨੀ, ਬਟ ਮੈਂ ਤੂੰ ਤੇ ਫੋਕਸ ਕਰਾਂਗੀ। ਤੂੰ ਕਿਵੇਂ ਆ, ਕੋਮੋ ਇਸਤਾਸ। ਹੁਣ ਦੇਖੋ ਕਿ ਇੱਥੇ ਜਿਹੜਾ ਹੈ ਮੈਂ ਏਰੇਸ ਨਹੀਂ ਕਹਿ ਰਹੀ, ਕਹਿ ਸਕਦੀ ਸੀ, ਨਹੀਂ ਕਹਿਣਾ, ਕਿਉਂਕਿ ਇਹ ਜਿਹੜਾ ਹੈ ਟੈਂਪਰੇਰੀ ਕੰਡੀਸ਼ਨ ਆ। ਟੈਂਪਰੇਰੀ ਕੰਡੀਸ਼ਨਾਂ ਦੇ ਲਈ ਮੈਂ ਤੁਹਾਨੂੰ ਇੱਕ ਹਿੰਟ ਦੇਵਾਂਗੀ, ਤੁਸੀਂ ਵਰਡ ਯਾਦ ਕਰਨਾ ਹੈ ਪੋਜੀਸ਼ਨ, ਪਲੇਸ। ਉਸ ਦੇ ਵਿੱਚ ਜਿੰਨੇ ਵਰਡਸ ਆਉਂਦੇ ਹਨ, ਪੋਜੀਸ਼ਨ, ਲੋਕੇਸ਼ਨ, ਐਕਸ਼ਨ, ਕੰਡੀਸ਼ਨ, ਇਮੋਸ਼ਨ, ਉਹਨਾਂ ਦੇ ਲਈ ਜਿਹੜੀ ਹੈ ਇਸਤਾਰ ਵਰਬ ਯੂਜ਼ ਹੋਣੀ ਹੈ। ਔਰ ਪਰਮਾਨੈਂਟ ਕੰਡੀਸ਼ਨਸ ਦੇ ਲਈ, ਫੋਰ ਐਗਜ਼ਾਮਪਲ ਕਿਸੇ ਦਾ ਰੰਗ ਰੂਪ ਬਾਰੇ ਹੋ ਗਿਆ, ਜਾਂ ਕੰਟਰੀ, ਟਾਈਮ, ਓਰੀਜਨ ਬਾਰੇ ਹੋ ਗਿਆ, ਉੱਥੇ ਵਰਬ ਸੇਰ ਯੂਜ਼ ਹੋਣੀ ਹੈ। ਦੈਟਸ ਇਟ। ਹੁਣ ਮੈਂ ਥੋੜੇ ਸਿੰਪਲ ਸਮਝਾਉਂਦੀ ਹਾਂ ਤੁਹਾਨੂੰ। ਤੁਸੀਂ ਕਿੱਥੋਂ ਹੋ, ਦੇ ਦੋਂਦੇ ਏਰੇਸ। ਕਿੱਥੋਂ ਹੋ ਕੀ ਹੋ ਗਿਆ, ਦੇ ਦੋਂਦੇ ਏਰੇਸ। ਤੂੰ ਹੈ ਤਾਂ ਏਰੇਸ, ਤੁਸੀਂ ਹੋ ਤਾਂ ਏਸ। ਉਸ ਤੇਦ ਲਗਾਉਣਾ ਜ਼ਰੂਰੀ ਨਹੀਂ ਹੈ, ਤੁਹਾਨੂੰ ਹੌਲੀ ਹੌਲੀ ਚੀਜ਼ਾਂ ਦੀ ਤੁਸੀਂ ਪ੍ਰੈਕਟਿਸ ਕਰਨੀ ਹੈ, ਕਿਉਂਕਿ ਜਦੋਂ ਏਸ ਕਹਿ ਰਹੇ ਹਾਂ, ਇਸ ਦੇ ਵਿੱਚ ਹੀ ਜਿਹੜਾ ਤੂੰ ਛੁਪਿਆ ਹੋਇਆ ਹੈ। ਫੋਰ ਐਗਜ਼ਾਮਪਲ ਤੁਹਾਡੇ ਕੋਈ ਸਾਹਮਣੇ ਘਰ ਦੇ ਵਿੱਚ ਆ ਕੇ ਬੈਠਾ, ਤਾਂ ਤੁਸੀਂ ਇਸ ਤਰ੍ਹਾਂ ਵੀ ਕਹਿ ਸਕਦੇ ਹੋ ਨਾ, ਕਿਵੇਂ ਹੋ, ਇਸ ਤਰੀਕੇ ਨਾਲ ਵੀ ਕਹਿੰਦੇ ਹੋ, ਤੇ ਤੁਸੀਂ ਇਦਾਂ ਵੀ ਕਹਿ ਸਕਦੇ ਹੋ ਤੁਸੀਂ ਕਿਵੇਂ ਹੋ। ਤੂੰ ਜਾਂ ਤੁਸੀਂ ਲਗਾਉਣਾ ਕੰਪਲਸਰੀ ਨਹੀਂ। ਹੁਣ ਇਹ ਮੈਂ ਦੱਸਦੀ ਹਾਂ, ਜਿੱਦਾਂ ਕਿੱਥੋਂ ਹੋ, ਤੁਹਾਡੇ ਕੋਈ ਸਾਹਮਣੇ ਬੈਠਾ, ਕਿ ਤੁਸੀਂ ਇਦਾਂ ਕਹਿ ਸਕਦੇ ਹੋ ਨਾ, ਕਿੱਥੋਂ ਹੋ, ਕਹਿ ਸਕਦੇ ਆ ਨਾ। ਇਸ ਕਰਕੇ ਜਿਹੜਾ ਹੈ ਇੱਥੇ ਵੀ ਸਾਡੇ ਕੋਲ ਆਪਸ਼ਨ ਹੁੰਦੀਆਂ ਹਨ ਕਿ ਤੁਸੀਂ ਉਸਤੇਦ ਜਾਂ ਤੂੰ ਲਗਾਉਣਾ ਹੈ ਜਾਂ ਨਹੀਂ, ਠੀਕ ਹੈ ਜੀ। ਨੈਕਸਟ ਸੈਂਟੈਂਸ ਹੈ ਵੈਨ ਆਰ ਯੂ ਕਮਿੰਗ। ਤੂੰ ਕਦੋਂ ਆ ਰਿਹਾ ਆ, ਤੁਸੀਂ ਕਦੋਂ ਆ ਰਹੇ ਹੋ। ਹੁਣ ਸਾਡੇ ਕੋਲ ਦੇਖੋ ਇੱਥੇ ਮੇਨ ਵਰਬ ਆ ਗਈ। ਆ ਕੀ ਸੀਗੀਆਂ ਸਾਡੇ ਕੋਲ ਸਾਰੀਆਂ ਹੈਲਪਿੰਗ ਵਰਬਸ, ਇਹਨਾਂ ਨੇ ਸਾਡੀ ਹੈਲਪ ਕੀਤੀ ਸੈਂਟੈਂਸ ਬਣਾਉਣ ਦੇ ਵਿੱਚ। ਹੁਣ ਸਾਡੇ ਕੋਲ ਮੇਨ ਵਰਬ ਆ ਗਈ, ਆ ਰਹੇ ਹੋ। ਸਾਡੇ ਕੋਲ ਵਰਬ ਹੈਗੀ ਵੇਨੀਰ। ਹੁਣ ਅਸੀਂ ਜਿਹੜਾ ਹੈ ਇਸ ਦਾ ਏਰੇ ਡ੍ਰੌਪ ਕਰਕੇ ਸੈਕਿੰਡ ਪਰਸਨ ਦੇ ਲਈ, ਜਿਸ ਨੂੰ ਅਸੀਂ ਫੈਮਿਲੀਅਰ ਮਤਲਬ ਜਾਣਦੇ ਹਾਂ, ਉੱਥੇ ਲਗਾ ਦੇਣਾ ਹੈ ASA, ਤੇ ਜੇਕਰ ਤੁਸੀਂ ਰਿਸਪੈਕਟ ਦੇਣੀ ਹੈ ਤਾਂ ਉਹ ਜਿਹੜਾ ਹੈ ਡ੍ਰੌਪ ਕਰ ਦੇਣਾ ਹੈ। ਮੈਂ ਤੁਹਾਨੂੰ ਇੱਥੇ ਲਿਖ ਕੇ ਦਿਖਾਉਂਦੀ ਹਾਂ। ਫੋਰ ਐਗਜ਼ਾਮਪਲ ਮੈਂ ਆਪਣੇ ਲਈ ਹਮੇਸ਼ਾ ਹੀ O ਯੂਜ਼ ਕਰਨਾ, ਸੈਕਿੰਡ ਪਰਸਨ ਦੇ ਲਈ ASA ਕਰਨਾ, ਔਰ ਥਰਡ ਪਰਸਨ ਜਾਂ ਜਿਹਨੂੰ ਰਿਸਪੈਕਟ ਦੇਣੀ ਹੋਵੇ A ਯੂਜ਼ ਕਰਨਾ, ਠੀਕ ਹੈ। ਬਟ ਇਹ ਜਿਹੜੀ ਆਪਣੀ ਵਰਬ ਸੀਗੀ ਏਰੇ ਦੀ ਸੀਗੀ, ਇੱਥੇ ਆਪਾਂ ਯੂਜ਼ ਕਰਨਾ ਸੀ ASA ਤੇ A, ਠੀਕ ਹੈ ਜੀ। ਇਸ ਤਰੀਕੇ ਨਾਲ ਇਹਦੀਆਂ ਜਿਹੜੀਆਂ ਕੰਜੂਗੇਸ਼ਨ ਹਨ ER ਵਰਬਸ ਦੀਆਂ, ਉਹ ਸੇਮ ਹੁੰਦੀਆਂ ਹਨ, ER ਤੇ ER ਦੀਆਂ। ਇਹ ਮੈਂ, ਇਹ ਤੂੰ, ਇਹ ਜਿਹਨੂੰ ਆਪਾਂ ਰਿਸਪੈਕਟ ਦੇਣੀ ਹੈ, ਜਾਂ ਥਰਡ ਪਰਸਨ, ਠੀਕ ਹੈ ਜੀ। ਇਸ ਤਰੀਕੇ ਨਾਲ ਜੇ ਤੁਸੀਂ ਇੰਨੀ ਗੱਲ ਸਮਝ ਆ ਗਈ, ਸਮਝ ਲਓ ਕਿ ਸਪੈਨਿਸ਼ ਦਾ ਜਿਹੜਾ ਤੁਸੀਂ ਬੇਸ ਹੈ ਕਲੀਅਰ ਕਰ ਲਿਆ। ਤੁਸੀਂ ਕਿਸ ਨੂੰ ਜਾਣਦੇ ਹੋ, ਆ quién conoce। quién conoce ਮਤਲਬ ਮੈਂ ਰਿਸਪੈਕਟ ਦੇ ਰਹੀ ਹਾਂ। ਆ quién conoce, conocer ਜਿਹੜੀ ਵਿਊਅਰਸ ਇੱਕ ਮੈਂ ਕਹਿੰਨੀ ਹਾਂ ਇਨਫਿਨਿਟਿਵ ਵਰਬ। ਇਨਫਿਨਿਟਿਵ ਵਰਬ ਹੁੰਦੀ ਆ ਕਿ ਵਰਬ ਐਜਟਿਸਟ ਹੋਵੇ, conocer, ਬਟ ਜਦੋਂ ਆਪਾਂ ਇਸਨੂੰ ਕਿਸੇ ਪਰਸਨ ਦੇ ਨਾਲ ਜੋੜਨਾ, ਫਿਰ ਇਹ ਇਨਫਿਨਿਟਿਵ ਫਾਰਮ ਨਹੀਂ ਰਹਿੰਦੀ, ਫਿਰ ਆਪਾਂ ਉਹਨੂੰ ਕਹਿ ਦਿੰਦੇ ਕੰਜੂਗੇਸ਼ਨ, ਜਦੋਂ ਆਪਾਂ ER ਡ੍ਰੌਪ ਕੀਤਾ, ਠੀਕ ਹੈ। ER ਡ੍ਰੌਪ ਕਰਕੇ ਆਪਾਂ ASA ਲਗਾਇਆ ਸੀ ਤਾਂ ਕੀ ਬਣ ਗਿਆ ਸੀਗਾ, ਉਹਦੀ ਆਪਾਂ ਕੰਜੂਗੇਸ਼ਨ ਕਰ ਦਿੱਤੀ। ਇਹ ਹੋ ਗਈ ਸੀਗੀ ਤੂੰ ਦੇ ਲਈ, ਔਰ ਇਹ ਹੋ ਗਈ ਸੀ
ਸੌਰੀ ਜਿਹਨੂੰ ਰਿਸਪੈਕਟ ਦੇਣੀ ਸੀ ਜਾਂ ਥਰਡ ਪਰਸਨ ਦੇ ਲਈ। ਉਮੀਦ ਹੈ ਕਿ ਵਿਊਵਰਸ ਗੱਲ ਜਿਹੜੀ ਹੈ ਸਮਝ ਆ ਰਹੀ ਹੋਵੇਗੀ। ਠੀਕ ਹੈ, ਨੈਕਸਟ ਵਰਡ ਹੈ ਜੀ ਵਿਚ ਡੂ ਯੂ ਵਾਂਟ, ਮਤਲਬ ਤੁਸੀਂ ਆਪਣੇ ਕੋਲ ਜਦੋਂ ਜ਼ਿਆਦਾ ਚੀਜ਼ਾਂ ਹੁਣ ਚੋਇਸ ਕਰਵਾਉਣੀ ਹੋਵੇ ਫਿਰ ਆਪਾਂ ਕਹਿੰਦੇ ਹਾਂ ਕਿ ਕੁਆਲ ਯੂਜ਼ ਕਰਨਾ ਹੈ ਵਰਡ ਕੀਰੇ, ਤੁਸੀਂ ਕਿਹੜਾ ਚਾਹੁੰਦੇ ਹੋ, ਕੁਆਲ ਕੀਰੇ। ਵਰਬ ਜਿਹੜੀ ਹੈ ਮੇਨ ਉਹ ਹੈ querer, ਠੀਕ ਹੈ। व्यूवर्स टाइम देख के डरना नहीं है क्योंकि ਨੈਕਸਟ ਜਿਹੜਾ ਸਟੈਪ ਹੈ ਉਹ ਇੰਟਰਸਟਿੰਗ ਹੈ। ਪਹਿਲਾਂ ਸਿਰਫ ਕਨਫਿਊਜ਼ਨ ਹੋਣੀ ਹੈ ਸੇਰ ਤੇ ਇਸਤਾਰ ਇਹ ਵਾਲੇ ਸੈਂਟੈਂਸਿਸ। ਸੋ ਮੈਨੂੰ ਵੀ ਵਿਊਵਰਸ ਟਾਈਮ ਚਾਹੀਦਾ ਸੀਗਾ ਇੰਨਾ ਕੁ ਦੱਸਣ ਦੇ ਲਈ। ਹੂਜ਼ ਇਜ਼ ਦਿਸ ਫੂਡ, ਇਹ ਖਾਣਾ ਕਿਸ ਦਾ ਹੈ। ਹੂਜ਼ ਕੀ ਹੁੰਦਾ ਹੈ, ਦੇ ਕੇਨ, ਪਹਿਲੀ ਵਾਲੀ ਸਲਾਈਡ 'ਚ ਆਪਾਂ ਸਿੱਖਿਆ। ਇਸ ਤਾਂ, ਇਸ ਕੀ ਹੈ, ਇਜ਼। ਮੈਂ ਕਿਹਾ ਸੀ ਨਾ ਇਹ ਪਰਮਾਨੈਂਟ ਕੰਡੀਸ਼ਨ ਲਈ ਆਂਦਾ, ਇਸ ਨੂੰ ਆਪਾਂ ਪਹਿਲੇ ਵਾਲੇ ਸੈਂਟੈਂਸ ਨਾਲ ਆ ਗਿਆ ਨਾ ਮੇਲ ਖਾਂਦਾ। ਇਸ ਇਹ ਖਾਣਾ ਕਿਸ ਦਾ ਹੈ। ਹੁਣ ਖਾਣੇ ਨੇ ਤੇ ਇੱਕ ਜਦੋਂ ਆਪਾਂ ਖਾਣਾ ਸਪੈਸ਼ਲੀ ਹੈ ਆ ਰਿਹਾ ਫਿਰ ਇੱਥੇ ਇਜ਼ ਆਣਾ, ਇਸ ਤਾਂ ਕਮੀਦਾ, ਇਹ ਹੋ ਗਿਆ, ਇਹ ਹੈ ਪੰਜਾਬੀ ਦਾ ਇਹ, ਇੰਗਲਿਸ਼ ਦਾ ਦਿਸ, ਕਮੀਦਾ। ਠੀਕ ਹੈ ਜੀ। ਹਾਂਜੀ, ਨੈਕਸਟ ਸੈਂਟੈਂਸ ਹੈ ਵਿਊਵਰਸ, ਮੈਂ ਹੀ, ਹਮੇਸ਼ਾ ਮੈਂ ਹੀ ਕਿਉਂ, porque sempre yo, ਹਮੇਸ਼ਾ ਮੈਂ ਹੀ ਕਿਉਂ, ਮੈਂ ਨੂੰ ਤਾਂ ਆਪਾਂ ਪਤਾ ਨਾ ਯੋ ਕਹਿੰਦੇ ਹਨ। ਠੀਕ ਹੈ ਜੀ। ਨੈਕਸਟ ਵਰਡ ਹੈ ਤੁਹਾਡੀ ਉਮਰ ਕਿੰਨੀ ਹੈ, quanto años tiene। ਹੁਣ ਵੀ ਆਪਣੇ ਕੋਲ ਜਿਹੜੀ ਹੈ ਮੇਨ ਵਰਬ ਹੈ tener, tener ਦਾ ਮਤਲਬ to have ਵੀ ਹੁੰਦਾ ਨਾ, ਬਟ ਇਹ ਕਿਉਂਕਿ ਟ੍ਰਾਂਸਲੇਸ਼ਨ ਨਹੀਂ ਹੈਗੀ ਐਗਜ਼ੈਕਟ ਇੰਗਲਿਸ਼ ਦੀ। tiene, how old are you। Do you speak Spanish, ਕੀ ਤੁਸੀਂ ਸਪੈਨਿਸ਼ ਬੋਲਦੇ ਹੋ। ਬੋਲਣ ਨੂੰ ਕੀ ਕਹਿੰਦੇ ਹਨ, ਆਬਲਾਰ। ਬੋਲਣ ਦੀ ਕਿਹੜੀ ਵਰਬ ਹੁੰਦੀ ਹੈ, ਮੇਨ ਆਬਲਾਰ। ਆਪਾਂ ਰਿਸਪੈਕਟ ਨਾਲ ਪੁੱਛ ਰਹੇ ਹਾਂ ਤੇ ਆਪਾਂ ਕਹਿਣਾ ਹੈ ਆਬਲਾ। ਨਹੀਂ ਰਿਸਪੈਕਟ ਦੇਣੀ ਸੀਗੀ ਆਪਣਾ ਕਿਸੇ ਫਰੈਂਡ ਨੂੰ ਪੁੱਛਣਾ, ਫਿਰ ਤੁਸੀਂ ਕਹਿਣਾ ਹੈ ਆਬਲਾਸ। ਠੀਕ ਹੈ, ਇੱਥੇ ਮੈਂ ਲਿਖਿਆ ਹੋਇਆ ਆਸ ਆ, ਮੇਨ ਵਰਬ ਸੀਗੀ। ਔਰ ਵਿਊਵਰਸ ਮੇਰਾ ਨੈਕਸਟ ਸੈਂਟੈਂਸ ਹੈ ਕੀ ਤੁਸੀਂ ਸਹਿਮਤ ਹੋ। ਧਿਆਨ ਨਾਲ ਦੇਖੋ, ਮੈਂ ਇੱਥੇ ਵੀ ਇਸ ਦਾ ਕਿਹਾ ਹੈ ਔਰ ਇੱਥੇ ਮੈਂ ਕਿਹਾ ਸੀ ਇਹ ਹੈ ਇਹ। ਠੀਕ ਹੈ, ਹੁਣ ਮੈਂ ਕਹਿ ਰਹੀ ਹਾਂ ਤੁਸੀਂ ਹੋ। ਜੇਕਰ ਤਾਂ ਤੁਸੀਂ ਧਿਆਨ ਨਾਲ ਦੇਖ ਰਹੇ ਹੋ ਫਿਰ ਤੁਸੀਂ ਕਹਿ ਸਕਦੇ ਹੋ ਕਿ ਇਹ ਕੀ। ਤੁਸੀਂ ਦੇਖੋ ਕਿ ਇਸ ਉੱਪਰ ਕੀ ਹੈ, ਏ ਦੇ ਉੱਪਰ ਅਸੇਂਤੋ ਹੈ। ਜੇਕਰ ਅਸੇਂਤੋ ਨਾ ਹੋਵੇ, ਫੋਰ ਐਗਜ਼ਾਮਪਲ ਮੈਂ ਹੁਣ ਇਸ ਨੂੰ ਕੱਟ ਕਰ ਦੇਵਾਂ ਤਾਂ ਇਹ ਬਣ ਜਾਵੇਗਾ ਇਹ। ਠੀਕ ਹੈ, ਇਸ ਦਾ ਮਤਲਬ ਹੈ ਇਹ। ਬਟ ਜੇਕਰ ਤੁਸੀਂ ਇਸ ਉੱਪਰ ਅਸੇਂਤੋ ਲਗਾਉਂਦੇ ਹੋ ਫਿਰ ਇਸ ਦਾ ਮਤਲਬ ਹੈ ਕਿ ਤੁਸੀਂ ਹੋ ਜਾਂ, ਠੀਕ ਹੈ, ਜਾਂ ਆਪਾਂ ਥਰਡ ਪਰਸਨ ਦੇ ਲਈ ਕੰਜੂਗੇਸ਼ਨ ਹੀ ਯੂਜ਼ ਕਰਦੇ ਹਾਂ ਇਸ ਤਾਰ ਵਰਬ ਦੀ। ਸੋ ਇਹਨਾਂ ਨੂੰ ਜ਼ਰੂਰ ਯਾਦ ਰੱਖਣਾ ਕਿ ਜਿੱਥੇ ਆਉਣਾ ਹੈ ਤੇ ਉਹਨਾਂ ਨੇ ਆਣਾ ਹੀ ਅਸੇਂਤੋ ਨੇ। ਨੈਕਸਟ ਸੈਂਟੈਂਸ ਹੈ ਜੀ ਤੁਸੀਂ ਕਿੱਥੇ ਜਾ ਰਹੇ ਹੋ। ਆ ਦੋਂਦੇ ਦਾ ਮਤਲਬ ਕਿੱਥੇ, ਤੁਸੀਂ ਕਿੱਥੇ ਜਾ ਰਹੇ ਹੋ। ਸਪੈਨਿਸ਼ ਵਿੱਚ ਇੱਕ ਹੀ ਵਰਡ ਹੈ ਵਾ। ਇਹ ਵਾ ਕਿੱਥੋਂ ਆਇਆ ਹੈ, ਮੇਨ ਵਰਬ ਜਿਹੜੀ ਹੈ ਨਾ ਇਸਦੀ ਹੈ ਇਰ। ਇਰ ਦਾ ਮਤਲਬ ਹੁੰਦਾ ਹੈ ਜਾਣਾ, ਬਟ ਇਹ ਜਾਣਾ ਸਿਰਫ ਫਿਊਚਰ ਲਈ ਯੂਜ਼ ਹੁੰਦਾ ਕਿ ਯੋ ਕੇਰੋ ਇਰ, ਮੈਂ ਜਾਣਾ ਚਾਹੁੰਦਾ ਹਾਂ। ਬਟ ਜਦੋਂ ਆਪਾਂ ਪ੍ਰੈਜ਼ੈਂਟ ਵਿੱਚ ਗੱਲ ਕਰਨੀ ਹੈ ਤਾਂ ਇਸਨੇ ਥਰਡ ਪਰਸਨ ਦੇ ਲਈ ਵਾ ਹੋ ਜਾਣਾ ਹੈ, ਜੇਕਰ ਸੈਕਿੰਡ ਪਰਸਨ ਲਈ ਹੁੰਦੀ ਤਾਂ ਇਹ ਵਾਸ ਹੋ ਜਾਣਾ ਹੈ। ਹੁਣ ਮੈਂ ਵਾਸ ਲਿਖਿਆ ਹੈ, ਇਸ ਦਾ ਮਤਲਬ ਮੈਂ ਕਹਿ ਰਹੀ ਹਾਂ ਕਿ ਤੂੰ ਕਿੱਥੇ ਜਾਣਾ ਹੈ। ਠੀਕ ਹੈ, ਤੂੰ ਕਿੱਥੇ ਜਾ ਰਿਹਾ ਹੈ। ਆਦੋਂਦੇ ਵਾਸ, ਜੇਕਰ ਥਰਡ ਪਰਸਨ ਦੇ ਲਈ ਤਾਂ ਫਿਰ ਵਾ। ਨੈਕਸਟ ਹੈ ਜੀ ਸੈਂਟੈਂਸ ਮੇਰਾ, what do you think, ਤੁਸੀਂ ਕੀ ਸੋਚਦੇ ਹੋ। ਇੱਥੇ ਦੇਖੋ ਆਪਣੇ ਕੋਲ ਸਾਰੀਆਂ ਨਾ ਮੇਨ ਵਰਬਸ ਆ ਰਹੀਆਂ, ਬੋਲਣਾ, ਸੌਰੀ ਇਹਦੇ ਵਿੱਚ ਜਾਣਾ ਔਰ ਇਹਦੇ 'ਚ ਸੋਚਣਾ। ਸਾਨੂੰ ਹੈਲਪਿੰਗ ਵਰਬ ਜਿਹੜੀ ਹੈ ਸੇਰ ਇਸਤਾਰ ਦੀ ਜ਼ਰੂਰਤ ਨਹੀਂ ਪੈ ਰਹੀ। ਉੱਥੇ ਆਪਾਂ ਮੇਨ ਵਰਬ ਨੂੰ ਹੀ ਜਿਹੜਾ ਹੈ ਉਹਦੇ ਨਾਲ ਜਿਹੜਾ ਕੁਐਸਚਨ ਕਰ ਰਹੇ ਹਾਂ। ਤੁਸੀਂ ਕੀ ਸੋਚਦੇ ਹੋ ਕਿ ਪਿਐਂਸਾ, ਰਿਸਪੈਕਟ ਦੇ ਰਹੇ ਹਾਂ। ਠੀਕ ਹੈ ਜੀ, ਜੇਕਰ ਆਪਾਂ ਰਿਸਪੈਕਟ ਨਾ ਦੇਣੀ ਹੋਵੇ ਫਿਰ ਆਪਾਂ ਲਿਖ ਦੇਣਾ ਸੀ ਕਿ ਪਿਐਂਸਾਸ। ਉਮੀਦ ਹੈ ਕਿ ਵੀਵਰਸ ਸਮਝ ਆਈ ਹੋਵੇਗੀ ਕਿ ਕਿਸ ਤਰੀਕੇ ਨਾਲ ਵਰਬਾਂ ਜਿਹੜੀਆਂ ਹਨ ਕੰਜੂਗੇਟ ਹੁੰਦੀਆਂ ਹਨ। ਕੰਜੂਗੇਟ ਕਰਨਾ ਮਤਲਬ ਮੇਨ ਵਰਬ ਜਿੱਦਾਂ ਲਿਖੀ ਹੋਈ ਹੈ। ਫੋਰ ਐਗਜ਼ਾਮਪਲ ਫਿਰ ਦੇਖੋ ਇੱਕ ਵਾਰੀ, ਕੋਨੋਸੇਰ ਮੇਨ ਵਰਬ ਹੈ ਨਾ ਜਾਣਾ। ਮੈਂ ਜਾਂਦਾ ਹਾਂ ਕਨੋਸਕੋ, ਠੀਕ ਹੈ। ਤੂੰ ਜਾਂਦਾ ਹੈ ਕਨੋਸਿਸ, ਉਹ ਜਾਂਦਾ ਹੈ ਏ। ਠੀਕ ਹੈ, ਅੱਜ ਆਪਾਂ ਜਿਹੜੀਆਂ ਮੈਂ ਤੁਹਾਨੂੰ ਸਿੰਗੂਲਰ ਦੀਆਂ ਜਿਹੜੀਆਂ ਹਨ
ਚਾਹੁੰਦੀ ਹਾਂ ਕਿ ਤੁਸੀਂ ਇੱਥੋਂ ਤੱਕ ਯਾਦ ਕਰੋ। ਪਲੂਰਲ ਮੈਂ ਨੈਕਸਟ ਵੀਡੀਓ ਦੇ ਵਿੱਚ ਤੁਹਾਨੂੰ ਇਸ ਤਰੀਕੇ ਨਾਲ ਦੱਸਾਂਗੀ। ਹੁਣ ਹੈ ਜੀ ਵਿਊਅਰ ਸਟੈਪ ਨੰਬਰ 4 ਡਾਇਲੌਗਸ। ਡਾਇਲੌਗਸ ਤੋਂ ਪਹਿਲਾਂ ਦੋ ਇਹੋ ਜਿਹੇ ਫਰੇਜ਼ ਜਿਹੜੇ ਤੁਸੀਂ ਸੁਣੇ ਹੋਣਗੇ ਜ਼ਰੂਰ ਜਾਂ ਤੁਹਾਨੂੰ ਆਉਣੇ ਚਾਹੀਦੇ ਹਨ। ਪਾਸਾ por aquí por favor, ven por aquí por favor, ਮਤਲਬ ਇਸ ਤਰੀਕੇ ਨਾਲ ਆਓ ਜਿੱਦਾਂ, ਜਾਂ ਇੱਧਰ ਆਓ, ਕਮ ਦਿਸ ਵੇ ਪਲੀਜ਼। ਜਿਹੜਾ ਪਾਸਾ ਹੈ ਇਸ ਦਾ ਮਤਲਬ ਹੈ ਕਮ ਇੱਥੇ, ਇਹ ਪਾਸਾਰ ਵਰਬ ਤੋਂ ਨਹੀਂ ਆਇਆ। ਪਾਸਾ ਕਮ, ਐਂਡ ਜਿਹੜਾ ਵੇਨ ਹੈ ਉਹ ਇੰਪੈਰੇਟਿਵ ਸੈਂਟੈਂਸਸ ਨੂੰ ਕੰਜੂਗੇਸ਼ਨ ਨਹੀਂ ਹੈ ਵੇਨੀਅਰ ਦੀ। ਜੇ ਵੇਨੇਅਰ ਦੀ ਕੰਜੂਗੇਸ਼ਨ ਹੁੰਦੀ ਫਿਰ ਉਹਨਾਂ ਸੀ ਵੀਐਨਏ, ਮਤਲਬ ਤੁਸੀਂ ਆਓ। ਇੱਥੇ ਹੈ ਵੇਨ, ਆਪਾਂ ਡਾਇਰੈਕਟ ਕਮਾਂਡ ਦੇ ਰਹੇ ਹਾਂ, ਠੀਕ ਹੈ। ਇਹਨਾਂ ਨੂੰ ਕਹਿੰਦੇ ਹਨ ਇੰਪੈਰੇਟਿਵ ਸੈਂਟੈਂਸ। ਮੈਂ ਆਰਡਰ ਕਰਾਂਗਾ, ਵੋਈ ਆ ordenar, ਕੰਪਲੀਟ ਵਰਬ ਹੈ, ਕੰਜੂਗੇਟ ਨਹੀਂ ਕੀਤਾ, ਵੋਈ ਆ ordenar। ਨੈਕਸਟ ਹੈ ਜੀ ਡਾਇਲੌਗ ਨੰਬਰ 1 buenos dias, una mesa para dos por favor, ਕਿ ਜਿਹੜਾ ਇੱਕ ਟੇਬਲ ਚਾਹੀਦਾ ਹੈ dos personas ਦੇ ਲਈ ਪਲੀਜ਼। una ਕੀ ਹੈ, ਇੱਕ ਆਰਟੀਕਲ ਹੈ, ਔਰ ਤੁਸੀਂ ਸਿੱਧਾ ਜਾ ਕੇ ਮੇਸਾ ਜੇ ਕਹੋਗੇ ਤਾਂ ਉਹ ਟਾਈਮ ਪਾਸ ਵਾਲੀ ਸਪੈਨਿਸ਼ ਹੋ ਜਾਂਦੀ ਹੈ। una mesa ਮਤਲਬ ਕਿ ਕੋਈ ਐਗਜ਼ੈਕਟ ਟੇਬਲ ਡਿਮਾਂਡ ਨਹੀਂ ਕਰ ਰਹੇ ਕਿ ਸਾਨੂੰ ਇਹ ਵਾਲਾ ਮੇਜ਼ ਚਾਹੀਦਾ, ਕੋਈ ਵੀ ਮੇਜ਼ ਜਿਹੜਾ ਹੈ 2 ਜਾਣਿਆਂ ਦੇ ਲਈ, ਠੀਕ ਹੈ। ਹੁਣ ਆਪਣਾ ਨੈਕਸਟ ਡਾਇਲੌਗ ਹੈ ਬੁਏਨਾਸ ਨੋਚੇਸ। ਹੁਣ ਦੇਖਿਓ ਇੱਥੇ ਆਸ ਹੈ, ਉੱਥੇ ਓਸ ਸੀਗਾ, ਇਹ ਵੀ ਜ਼ਰੂਰ ਯਾਦ ਰੱਖਣੀਆਂ ਗੱਲਾਂ। ਬੁਏਨੋਸ ਨੋਚੇਸ ਨਹੀਂ ਹੁੰਦਾ, ਬੁਏਨਾਸ ਨੋਚੇਸ। me puede mostrar el menú por favor, ਕੀ ਤੁਸੀਂ ਮੈਨੂੰ ਮੈਨੂ ਦਿਖਾ ਸਕਦੇ ਹੋ, ਠੀਕ ਹੈ। ਇਹ ਜਿਹੜਾ ਪੁਏਦੇ ਹੈ ਇਹ ਵਰਬ ਪੋਦੇਰ ਤੋਂ ਆਇਆ ਹੈ ਜੋ ਇਰੈਗੂਲਰ ਹੈ। ਨੈਕਸਟ ਡਾਇਲੌਗ ਹੈ ਓਲਾ, ਐਚ ਸਾਇਲੈਂਟ, ਯਾਮੋ, ਇਸਨੂੰ ਦੋਬਲੇ ਐਲੇ ਨੂੰ ਇੰਗਲਿਸ਼ ਦੇ ਲੈਟਰ ਵਾਈ ਨਾਲ ਇਸ ਦੀ ਸਾਊਂਡ ਕਰਨੀ ਹੈ, ਲਾਮੋ ਨਹੀਂ ਹੈ ਵਿਊਵਰਸ। ਤੇ ਯਾਮੋ ਮਤਲਬ ਮੈਂ ਬੁਲਾ ਰਿਹਾ। ਪਾਰਾ ਰਿਜ਼ਰਵਾਰ una mesa para quattro, ਮੈਂ ਜਿਹੜਾ 4 ਜਾਣਿਆਂ ਦੇ ਲਈ ਟੇਬਲ ਬੁੱਕ ਕਰਵਾਉਣ ਦੇ ਲਈ ਤੁਹਾਨੂੰ ਬੁਲਾ ਰਿਹਾ ਹੈ। ਯਾਮੋ ਮਤਲਬ ਮੈਂ ਬੁਲਾ ਰਿਹਾ। ਵਰਬ ਕਿਹੜੀ ਇਸ ਦੀ, ਯਾਮਾਰ, ਏ ਆਰ ਡ੍ਰੌਪ ਕਰਕੇ ਕੀ ਲੱਗ ਗਿਆ, ਉਹ। ਹੁਣ ਤੁਸੀਂ ਪੁੱਛਣਾ ਹੈ ਕਿ ਰੈਸਟੋਰੈਂਟ ਦੀ ਕੀ ਵਿਸ਼ੇਸ਼ਤਾ ਹੈ। ਫੋਰ ਐਗਜ਼ਾਮਪਲ ਤੁਸੀਂ ਆਪਣੇ ਸਿਟੀ ਵਿੱਚ ਹੋ ਤਾਂ ਤੁਹਾਨੂੰ ਪਤਾ ਹੁੰਦਾ ਹੈ, ਕਿਸੇ ਟਾਈਮ ਆਪਾਂ ਨੈਕਸਟ ਕਿਸੇ ਹੋਰ ਜਗ੍ਹਾ ਤੇ ਜਾਂਦੇ ਹਾਂ ਤਾਂ ਉੱਥੇ ਆਪਾਂ ਪੁੱਛ ਸਕਦੇ ਹਾਂ ਕੁਆਲ ਇਸ ਲਾ especialidad de la restaurante, ਠੀਕ ਹੈ, ਰੈਸਟੋਰੈਂਟ ਦੀ ਜਿਹੜੀ ਕੀ ਵਿਸ਼ੇਸ਼ਤਾ ਹੈ। ਇਸ ਵਿੱਚ ਜਿੰਨੇ ਵੀ ਆਰਟੀਕਲ ਆ ਰਹੇ ਹਨ ਉਹਨਾਂ ਵੱਲ ਵੀ ਜ਼ਰੂਰ ਧਿਆਨ ਦਿਆ ਕਰੋ। ਨੈਕਸਟ ਜਿਹੜਾ ਡਾਇਲੌਗ ਹੈ ਕਿ ਬੇਬੀਦਾਸ ਤਿਏਨੇ, ਵਾਟ ਡਰਿੰਕਸ ਡੂ ਯੂ ਹੈਵ, ਮਤਲਬ ਤੁਹਾਡੇ ਕੋਲ ਕਿਹੜੀਆਂ ਕਿਹੜੀਆਂ ਡਰਿੰਕਾਂ ਹਨ। ਹੁਣ ਵੀਵਰਸ ਜਿਹੜਾ ਇੱਥੇ ਤਿਏਨੇ ਹੈ ਇਹ ਵਰਬ ਤੇ ਨੇਰ ਤੋਂ ਆਇਆ ਹੈ ਔਰ ਇਹ ਫਿਰ ਇਰੈਗੂਲਰ ਹੈ। ਤਿਏਨੇ ਜਿਹੜਾ ਹੈ ਇਹ ਆਪਾਂ ਫਿਰ ਇੰਪੈਰੇਟਿਵ ਸੈਂਟੈਂਸ ਦੀ ਕੰਜੂਗੇਸ਼ਨ ਹੈ। ਜੇਕਰ ਤਾਂ ਤੁਸੀਂ ਚਾਹੁੰਦੇ ਹੋ ਕਿ ਮੈਂ ਇਹ ਵੀ ਤੁਸੀਂ ਇਹ ਹੋਰ ਵੀ ਲੈਵਲ ਹਾਈ ਹੈ ਇੰਪੈਰੇਟਿਵ ਸੈਂਟੈਂਸ ਤੇ ਪਹੁੰਚਣਾ ਸਪੈਨਿਸ਼ ਦੇ ਤੱਕ, ਤਾਂ ਪਲੀਜ਼ ਤੁਸੀਂ ਨੀਚੇ ਕਮੈਂਟ ਜ਼ਰੂਰ ਕਰਨਾ। ਮੈਂ ਇਸ ਨਾਲ ਉੱਪਰ ਵੀਡੀਓ ਬਣਾਵਾਂਗੀ ਕਿ ਇਹਨਾਂ ਦੀ ਕੰਜੂਗੇਸ਼ਨਾਂ ਕਿਹੜੀਆਂ ਹਨ, ਬਟ ਇਹ ਪ੍ਰੈਜ਼ੈਂਟ ਜਿਹੜਾ ਹੈ ਡਾਇਰੈਕਟ ਆਪਾਂ ਕਮਾਂਡ ਦੇ ਰਹੇ ਹਾਂ ਕਿ ਬੇਬੀ ਦੱਸ ਤਿਏਨੇ, ਠੀਕ ਹੈ। ਵਾਟ ਡਰਿੰਕਸ ਡੂ ਯੂ ਹੈਵ। ਨੈਕਸਟ ਹੁਣ ਆਪਾਂ ਜਿਹੜਾ ਵੇਟਰ ਸਾਨੂੰ ਡਾਇਲੌਗ ਜਿਹੜਾ ਕਰ ਸਕਦਾ ਹੈ, ਪਰ ਫਾਵੋਰ ਤੋਮੇ ਅਸੈਂਟੋ, ਮਤਲਬ ਕਿਰਪਾ ਕਰਕੇ ਸੀਟ ਲਵੋ। ਜਿੱਦਾਂ ਇੰਗਲਿਸ਼ ਵਿੱਚ ਹੈਵ ਹੁੰਦਾ ਨਾ, ਸਪੈਨਿਸ਼ ਵਿੱਚ ਤੋਮੇ, ਪਲੀਜ਼ ਟੇਕ ਅ ਸੀਟ, ਪਰ ਫਾਵੋਰ ਤੋਮੇ ਅਸੈਂਟੋ। ਹੇਅਰ ਇਜ਼ ਦਾ ਮੈਨੂ, ਇਹ ਮੀਨੂ ਹੈ। ਆਕੀ ਤਿਏਨੇ ਏਲ ਮੀਨੂ, ਤੁਸੀਂ ਕੀ ਆਰਡਰ ਕਰਨਾ ਚਾਹੁੰਦੇ ਹੋ। ਹੁਣ ਇੱਥੇ ਆਇਆ ਫਿਊਚਰ ਟੈਂਸ। ਫਿਊਚਰ ਟੈਂਸ ਦੇ ਵਿੱਚ ਸਾਨੂੰ ਕੋਈ ਜ਼ਿਆਦਾ ਨਹੀਂ ਕਰਨਾ ਪੈਂਦਾ, ਸਾਨੂੰ ਜਿਹੜਾ ਹੈ ਮੇਨ ਵਰਬ ਦੇ ਨਾਲ ਹੀ ਜਿਹੜਾ ਹੈ ਕੰਜੂਗੇਟ ਕਰਨਾ ਪੈਂਦਾ ਉਸੇ ਵਰਬ ਨੂੰ, ਔਰ ਆਪਾਂ ਉਹ ਕੀਤਾ। ਕੇ ਲੇ ਗੁਸਤਾਰੀਆਂ ਔਰ ਦੇ ਨਾਲ, ਤੁਸੀਂ ਕੀ ਆਰਡਰ ਕਰਨਾ ਚਾਹੁੰਦੇ ਹੋ। ਹੁਣ ਜਿੱਦਾਂ ਉਹ ਤੁਹਾਨੂੰ ਦੱਸੇਗਾ ਕਿ ਸਾਡੇ ਕੋਲ ਇਸ ਕੰਬੋ ਦੇ ਵਿੱਚ ਆਹ ਚੀਜ਼ ਹੈ, ਇਲ ਕੋਂਬੋ ਨੂਮੇਰੋ 3 ਯੇ ਵਾ, ਮਤਲਬ ਇਸ ਵਿੱਚ ਹੈ ਆਰੋਸ,
ਪਾਪਾ ਪਤਾਤਾ ਫਰੀਟਸ ਔਰ ਪਾਪਾਸ ਵੀ ਕਹਿੰਦੇ ਹਨ ਬਟ ਆਪਣਾ ਸਪੇਨ ਦੇ ਵਿੱਚ ਪਤਾਤਾ ਫਰੀਟਸ ਹੀ ਕਹਿੰਦੇ ਹਨ। ਇਨਸਾਲਾਦਾ ਈ ਮਤਲਬ ਹੋਰ ਵੀ ਉਹਦੇ ਵਿੱਚ ਈ ਦਾ ਮਤਲਬ ਇੱਥੇ ਐਂਡ ਹੈ। ਇਸ ਕੰਬੋ ਨੰਬਰ 3 ਦੇ ਵਿੱਚ ਸਾਡੇ ਕੋਲ ਤਰਾਏ ਵੀ ਕਹਿ ਸਕਦੇ ਹਾਂ ਯੇਵਾ ਵੀ। ਆਰੋਸ ਹੈ, ਪਤਾਤਾ ਫਰੀਟਸ ਹੈ, ਇਨਸੈਲਾਦਾ ਹੈ। ਠੀਕ ਹੈ ਜੀ, ਇਸ ਤਰੀਕੇ ਨਾਲ ਉਹ ਸਾਨੂੰ ਦੱਸੇਗਾ ਕਿ ਕੰਬੋ ਦੇ ਵਿੱਚ ਕੀ ਹੈ। ਨੈਕਸਟ ਵੀਵਰ ਸੈਂਟੈਂਸ ਹੈ ਬੁਏਨ ਪ੍ਰੋਵੇਚੋ ਮਤਲਬ ਆਪਣੇ ਖਾਣੇ ਦਾ ਆਨੰਦ ਮਾਣੋ। enjoy your meal। ਠੀਕ ਹੈ ਜੀ। ਆਕੀ tiene la cuenta ਮਤਲਬ ਇਹ ਤੁਹਾਡਾ ਬਿੱਲ ਹੈ। ਬਿੱਲ ਨੂੰ ਕੀ ਕਹਿੰਦੇ ਹਨ? ਕੁਇੰਤਾ ਜਿਹੜਾ ਲਾ ਹੈ ਇਹ ਫੈਮਿਨਿਨ ਆਰਟੀਕਲ ਹੈ ਔਰ ਇਹ ਡੈਫੀਨੇਟ ਆਰਟੀਕਲ ਹੈ। ਠੀਕ ਹੈ ਜੀ, ਇਹ ਸੀਗੀ ਵੀਵਰਸ ਅੱਜ ਦੀ ਵੀਡੀਓ ਥੋੜੀ ਜਿਹੀ ਲੰਬੀ ਹੋਵੇਗੀ ਕਿਉਂਕਿ ਕਾਫੀ ਜ਼ਿਆਦੀਆਂ ਚੀਜ਼ਾਂ ਮੈਂ ਐਕਸਪਲੇਨ ਕਰਨੀਆਂ ਸੀਗੀਆਂ ਔਰ ਇੱਕ ਜਿਹੜਾ ਕੁਐਸਚਨ ਸੀਗਾ ਕਿ ਮੈਡਮ 10 ਸਾਲ ਹੋ ਗਏ ਆ ਸਪੈਨਿਸ਼ ਨਹੀਂ ਬੋਲ ਪਾਉਂਦੇ ਤਾਂ ਮੈਂ ਇਹੀ ਸੁਜੈਸਟ ਕਰੂੰਗੀ ਕਿ ਤੁਹਾਨੂੰ ਜਿਸ ਤਰੀਕੇ ਦੀ ਵੀ ਆਉਂਦੀ ਹੈ ਤੁਸੀਂ ਉੱਦਾਂ ਦੀ ਬੋਲਿਆ ਕਰੋ। ਫੋਰ ਐਗਜ਼ਾਮਪਲ ਤੁਸੀਂ ਕਿਸੇ ਮਾਰਕੀਟ ਦੇ ਵਿੱਚ ਗਏ ਹੋ ਹਨਾ, ਤੁਹਾਨੂੰ ਕੋਈ ਚੀਜ਼ ਨਹੀਂ ਪਤਾ ਚੱਲ ਰਹੀ ਤਾਂ ਤੁਸੀਂ ਉਸ ਪ੍ਰੋਡਕਟ ਬਾਰੇ ਥੋੜ੍ਹਾ ਨੇਟਿਵ ਸਪੈਨਿਸ਼ਾਂ ਕੋਲੋਂ ਨੌਲੇਜ ਲੈਣ ਦੀ ਕੋਸ਼ਿਸ਼ ਕੀਤੀ ਤੇ ਜ਼ਰੂਰ ਉਹਨਾਂ ਦੇ ਨਾਲ ਗੱਲਬਾਤ ਇਸ ਤਰੀਕੇ ਨਾਲ ਕਰਨ ਦੀ ਕੋਸ਼ਿਸ਼ ਕੀਤੀ। ਝਿਕਣਾ ਨਹੀਂ ਹੈ, ਜਿਸ ਤਰੀਕੇ ਦੀ ਵੀ ਆਉਂਦੀ ਹੈ ਤੁਸੀਂ ਬੋਲਣਾ ਹੀ ਹੈ ਔਰ ਇੱਕ ਕਾਪੀ ਪੈਨ ਜ਼ਰੂਰ ਰੱਖਣਾ ਹੈ। ਗ੍ਰਾਮਰ ਜਿਹੜੀ ਹੈ ਉਸਨੂੰ ਬਾਰ-ਬਾਰ ਯਾਦ ਕਰਨਾ ਹੈ। ਜੇਕਰ ਤੁਹਾਨੂੰ ਵੋਕੈਬਲਰੀ ਭੁੱਲਦੀ ਹੈ ਤਾਂ ਤੁਸੀਂ ਇਸ ਤਰੀਕੇ ਨਾਲ ਯਾਦ ਕਰਨਾ ਹੈ। ਆਕੀ tiene el menú ਇਹ ਮੈਨਿਊ ਹੈ। ਇਹ ਮੈਨਿਊ ਹੈ ਕੀ ਹੁੰਦਾ ਹੈ? ਆਕੀ tiene el menú। ਠੀਕ ਹੈ, ਇਹ ਮੇਰਾ ਇੱਕ ਟਿਪ ਹੈ। ਔਰ ਜਦੋਂ ਤੁਸੀਂ ਕੋਈ ਆਪਣੀ ਫੇਵਰੇਟ ਚੀਜ਼ ਬਾਏ ਕਰਕੇ ਆਓ ਮਾਰਕੀਟ ਤੋਂ, ਠੀਕ ਹੈ, ਉਸਦੀ ਜਗ੍ਹਾ ਤੇ ਰੱਖਣ ਤੋਂ ਪਹਿਲਾਂ ਤੁਸੀਂ ਉਸ ਤੇ ਪੜ੍ਹੋ ਕਿ ਉਸ ਉੱਪਰ ਕਿਹੜੇ ਪ੍ਰੋਡਕਟ ਉਹਨਾਂ ਨੇ ਉਹਦੇ ਵਿੱਚ ਪਾਏ ਹਨ। ਇਹ ਨਹੀਂ ਹੈਗਾ ਕਿ ਤੁਹਾਨੂੰ ਪਹਿਲੀ ਵਾਰੀ ਪੜ੍ਹਿਆ ਆ ਜਾਣੇ, ਬਟ ਇਹਨਾਂ ਛੋਟੇ ਸਟੈਪਸ ਦੇ ਨਾਲ ਤੁਸੀਂ ਕਿਸ ਟਾਈਮ ਸਪੈਨਿਸ਼ ਜਿਹੜੀ ਹੈ ਵਧੀਆ ਬੋਲਣ ਲੱਗ ਜਾਓਗੇ, ਤੁਹਾਨੂੰ ਖੁਦ ਨੂੰ ਵੀ ਪਤਾ ਨਹੀਂ ਚੱਲਣਾ। ਉਮੀਦ ਹੈ ਕਿ ਵੀਵਰਸ ਅੱਜ ਦੀ ਵੀਡੀਓ ਪਸੰਦ ਆਈ ਹੋਵੇਗੀ। ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਜੀ। ਮਿਲਦੇ ਹਾਂ ਨੈਕਸਟ ਵੀਡੀਓ 'ਚ।